ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਏਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰੱਖਾ ਸੰਭਾਲ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪਹਿਲਾ। ਬੋਲਹਿ ਸਾਚ ਮਿਥਿਆ ਨਹੀਂ ਰਾਈ ਚਲਹਿ ਗੁਰਮੁਖ ਹੁਕਮ ਰਜਾਈ। ਬੋਲਹਿ ਸਾਚ ਮਿਥਿਆ ਨਹੀਂ ਰਾਈ ਚਲਹਿ ਗੁਰਮੁਖ ਹੁਕਮ ਰਜਾਈ। ਰਹੇ ਅਤੀਤ ਸੱਚੇ ਸਰਣਾਈ ਸੱਚ ਘਰ ਬੈਸੈ ਕਾਲ ਨ ਜੋ ਹੈ। ਮਨ ਮੁਖ ਕੋ ਆਵਤ ਜਾਵਤ ਦੁਖ ਕੋ ਹੈ ਰਹਾਉ। ਆਪਿਓ ਪੀਓ ਅਕਥ ਕਥਾ ਰਹੀਐ ਨਿਜ ਕਰ ਵੈਸ ਸਹਿਜ ਘਰ ਲਹੀਐ। ਹਰ ਰਸ ਮਾਤੇ ਇਹੋ ਸੁਖ ਕਹੀਐ ਗੁਰਮਤਿ ਚਾਲ ਨਿਹਚਲ ਨਹੀਂ ਡੋਲੈ। ਗੁਰਮਤਿ ਸਾਚ ਸਹਿਜ ਹਰ ਬੋਲੈ। ਪੀਵੈ ਅੰਮ੍ਰਿਤ ਤਤ ਬਿਰੋਲੈ। ਸਤਿਗੁਰ ਦੇਖਿਆ ਦੀਖਿਆ ਕੀਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ। ਗਤ ਮਿਤ ਪਾਈ ਆਤਮ ਚੀਨੀ ਭੋਜਨ ਨਾਮ ਨਿਰੰਜਨ ਸਾਰ। ਪਰਮ ਹੰਸ ਸਚ ਜੋਤ ਅਪਾਰ। ਜਹ ਦੇਖੋ ਤਹ ਏਕੰਕਾਰ ਰਹੈ ਨਿਰਾਲਮ ਏਕਾ ਸਚ ਕਰਨੀ। ਪਰਮ ਪਦ ਪਾਇਆ ਸੇਵਾ ਗੁਰ ਚਰਨੀ। ਮਨ ਤੇ ਮਨ ਮਾਨਿਆ ਚੁਕੀ ਅਹੰ ਭਰਮਣੀ।
ਇਨ ਬਿਦ ਕੌਣ ਕੌਣ ਨਹੀਂ ਤਾਰਿਆ। ਹਰ ਜਸ ਸੰਤ ਭਗਤ ਨਿਸਤਾਰਿਆ। ਪ੍ਰਭ ਪਾਏ ਹਮ ਅਵਰ ਨਾ ਭਾਰਿਆ। ਸਾਚ ਮਹਿਲ ਗੁਰ ਅਲਖ ਲਿਖਾਇਆ। ਨਿਹਚਲ ਮਹਿਲ ਨਹੀਂ ਛਾਇਆ ਮਾਇਆ। ਸਾਚ ਸੰਤੋਖੇ ਭਰਮ ਚੁਕਾਇਆ। ਜਿਨ ਕੈ ਮਨ ਬਸਿਆ ਸਚ ਸੋਈ। ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਧੋਈ। ਜਿਨ ਕੈ ਮਨ ਬਸਿਆ ਸਚ ਸੋਈ। ਤਿਨ ਕੀ ਸੰਗਤ ਗੁਰਮੁਖ ਹੋਈ। ਨਾਨਕ ਸਾਚ ਨਾਮ ਮਲ ਧੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 227 ਅੰਗ ਤੇ ਗੌੜੀ ਅਸ਼ਟਪਦੀਆਂ, ਗੌੜੀ ਰਾਗ ਦੇ ਅੰਦਰ ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦ ਸਿੱਧ ਕਹਿਣ ਲੱਗੇ ਕਿ ਹੇ ਮਹਾਰਾਜ, ਫਿਰ ਕਾਲ ਤੋਂ ਬਚਿਆ ਕਿਵੇਂ ਜਾਂਦਾ ਹੈ। ਸਿੱਧਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪ੍ਰਸ਼ਨ ਕੀਤਾ, ਮਹਾਰਾਜ ਜੀ ਕਾਲ ਤੋਂ ਬਚਿਆ ਕਿਵੇਂ ਜਾਂਦਾ ਹੈ, ਆਪ ਜੀ ਕਿਰਪਾ ਕਰਕੇ ਦੱਸੋ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਚਾਰਨ ਕਰਦੇ ਹੋਏ ਸਿੱਧਾਂ ਨੂੰ ਸਮਝਾ ਰਹੇ ਹਨ। ਬੋਲਹਿ ਸਾਚ ਮਿਥਿਆ ਨਹੀਂ ਰਾਈ। ਕਹਿਣ ਲੱਗੇ, ਹੇ ਭਾਈ, ਹੇ ਸਿੱਧੋ, ਸੱਚੇ ਨਾਮ ਨੂੰ ਹੀ ਹਰ ਸਮੇਂ ਬੋਲਣਾ ਕਰੋ। ਭਾਵ ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ ਮੁਖ ਦੇ ਨਾਲ। ਬੋਲਹਿ ਸਾਚ ਮਿਥਿਆ ਨਹੀਂ ਰਾਈ, ਕਿ ਸੱਚੇ ਨਾਮ ਨੂੰ ਹੀ ਹਰ ਸਮੇਂ ਬੋਲਣਾ ਕਰੋ ਅਤੇ ਰਾਈ ਮਾਤਰ, ਥੋੜਾ ਮਾਤਰ ਵੀ ਝੂਠ ਨਹੀਂ ਬੋਲਣਾ ਚਾਹੀਦਾ। ਜੋ ਪਰਮੇਸ਼ਰ ਦੇ ਨਾਮ ਦੇ ਨਾਲੋਂ ਤੋੜਦਾ ਹੈ ਕਿ ਇਹ ਥੋੜਾ ਮਾਤਰ ਵੀ ਝੂਠ ਨਹੀਂ ਬੋਲਣਾ ਚਾਹੀਦਾ। ਮਿਥਿਆ ਨਹੀਂ ਰਾਈ, ਕਿ ਸੱਚੇ ਨਾਮ ਨੂੰ ਹੀ ਹਰ ਸਮੇਂ ਬੋਲਣਾ ਕਰੋ ਅਤੇ ਥੋੜਾ ਮਾਤਰ ਵੀ, ਰਾਈ ਮਾਤਰ ਵੀ, ਮਿਥਿਆ ਹੈ ਜਿਹੜਾ ਝੂਠ ਹੈ, ਕਿ ਉਸ ਝੂਠ ਨੂੰ ਬੋਲਣਾ ਨਹੀਂ ਚਾਹੀਦਾ। ਚਾਲਹਿ ਗੁਰਮੁਖ ਹੁਕਮ ਰਜਾਈ, ਕਿ ਗੁਰਮੁਖ ਬਣ ਕੇ ਗੁਰਾਂ ਦੀ ਆਗਿਆ ਦੁਆਰਾ ਪਰਮੇਸ਼ਰ ਦੀ ਰਜਾ ਦੇ ਵਿੱਚ ਚੱਲਣਾ ਕਰੋ। ਪਰਮੇਸ਼ਰ ਦੀ ਜੋ ਰਜਾ ਹੈ, ਆਗਿਆ ਹੈ, ਹੁਕਮ ਹੈ, ਕਿ ਉਸ ਪਰਮੇਸ਼ਰ ਦੇ ਹੁਕਮ ਵਿੱਚ ਗੁਰਮੁਖ ਬਣ ਕੇ ਚੱਲਣਾ ਕਰੋ ਤੇ ਝੂਠ ਬੋਲਣਾ ਨਹੀਂ ਹੈ।
ਤੇ ਸੱਚੇ ਨਾਮ ਨੂੰ ਹੀ ਬੋਲਣਾ ਹੈ। ਉਸ ਪਰਮੇਸ਼ਰ ਦਾ ਨਾਮ ਹੀ ਜਪਣਾ ਹੈ ਹਰ ਸਮੇਂ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਈ ਹੈ ਕਿ ਜੇ ਕੰਮ ਵੀ ਕਰਨਾ ਹੈ ਤਾਂ ਵੀ ਮਹਾਰਾਜ ਜੀ ਕਹਿਣ ਲੱਗੇ, ਹਾਥ ਪਾਓ ਦੋਏ ਕਾਮ ਕਰ ਚੀਤ ਨਿਰੰਜਨ ਨਾਲ। ਚਿੱਤ ਉਸ ਪਰਮੇਸ਼ਰ ਦੇ ਨਾਲ ਜੋੜ ਕੇ ਉਸ ਦਾ ਨਾਮ ਜਪਣਾ ਕਰੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਰਹੇ ਅਤੀਤ ਸੱਚੇ ਸਰਨਾਈ, ਕਿ ਸੱਚੇ ਪਰਮੇਸ਼ਰ ਦੀ ਸਰਨਾਈ ਸਰਨ ਵਿੱਚ ਆ ਕੇ ਅਤੀਤ ਅਸੰਗ ਰਹਿਣਾ ਕਰੇ। ਭਾਵ ਪਦਾਰਥਕਾਰ ਬਿਰਤੀ ਨਾ ਰੱਖੇ, ਪਦਾਰਥਾਂ ਦੇ ਵਿੱਚ ਬਿਰਤੀ ਨੂੰ ਨਾ ਜੋੜ ਕੇ ਰੱਖੇ ਤੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਕਰਕੇ ਅਤੀਤ ਰਹਿਣਾ ਕਰੇ। ਬੈਰਾਗੀ ਅਤੇ ਤਿਆਗੀ ਬਿਰਤੀ ਰੱਖੇ, ਅਤੀਤ ਬਿਰਤੀ ਰੱਖੇ, ਅਤਿਆਗੀ ਬਿਰਤੀ ਰੱਖੇ। ਕਿਸੇ ਪਾਸੇ ਹੋਰ ਮਨ ਨੂੰ ਨਾ ਜੋੜਨਾ ਕਰੇ, ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਹਰ ਟਾਈਮ ਜੁੜਨਾ ਕਰੀਏ। ਰਹਾਉ ਦੀਆਂ ਪੰਗਤੀਆਂ ਅੰਦਰ ਮਹਾਰਾਜ ਜੀ ਕਹਿਣ ਲੱਗੇ, ਸੱਚ ਕਰ ਵੈਸੈ ਕਾਲ ਨਾ ਜੋ ਹੈ। ਜਦੋਂ ਸੱਚ ਸਤ ਸਰੂਪ ਵਾਹਿਗੁਰੂ ਦੇ ਘਰ ਵਾਹਿਗੁਰੂ ਦੇ ਸਰੂਪ ਵਿੱਚ ਚਿੱਤ ਦੀ ਬਿਰਤੀ ਦੇਹ ਦੇ ਅਭਿਮਾਨ ਤੋਂ ਪਰੇ ਹੋ ਕੇ ਅੰਤਰਮੁਖ ਹੋ ਕੇ ਬੈਠ ਜਾਂਦੀ ਹੈ। ਸੱਚ ਕਰ ਵੈਸੇ ਕਾਲ ਨਾ ਜੋ ਹੈ, ਮਨਮੁਖ ਕੋ ਆਵਤ ਜਾਵਤ ਦੁੱਖ ਪੋਹੈ। ਕਿ ਜਦੋਂ ਸਤ ਸਰੂਪ ਵਾਹਿਗੁਰੂ ਦੇ ਘਰ ਵਿੱਚ ਚਿੱਤ ਦੀ ਬਿਰਤੀ ਦੇਹ ਦੇ ਅਭਿਮਾਨ ਤੋਂ ਪਰੇ ਹੋ ਕੇ ਅੰਤਰਮੁਖ ਹੋ ਕੇ ਬੈਠ ਜਾਂਦੀ ਹੈ, ਤਦ ਕਾਲ ਨਾ ਜੋ ਹੈ, ਕਾਲ ਜਮ ਦੇਖ ਨਹੀਂ ਸਕਦਾ। ਮਨਮੁਖ ਕੋ, ਕਿ ਮਨਮੁਖ ਸਾਖਤ ਪੁਰਸ਼ਾਂ ਨੂੰ ਸੰਸਾਰ ਵਿੱਚ ਆਵਤ ਜਾਵਤ ਜਨਮ ਧਾਰ ਕੇ ਆਵਤ ਆਉਣਾ ਅਤੇ ਮਰ ਕੇ ਜਾਣਾ ਦੁੱਖ ਪੋਹ ਹੈ, ਦੁੱਖ ਕਸ਼ਟ ਵਿੱਚ ਹੀ ਹੈ। ਇਸ ਅਗਿਆਨ ਰੂਪੀ ਦੁੱਖ ਨੇ ਇਹਨਾਂ ਨੂੰ ਮੂਰਛਾ ਲਿਆ ਛੱਡੀ ਹੈ। ਅਪਿਓ ਪੀਓ ਅਕਥ ਕਥ ਰਹੀ ਹੈ, ਨਿਜ ਕਰ ਬੈਸ ਸਹਿਜ ਕਰ ਲਹੀਐ। ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਜੇਕਰ ਅਪਿਓ ਪੀਓ, ਜੇਕਰ ਅਪਿਓ ਅੰਮ੍ਰਿਤ ਨਾਮ ਨੂੰ ਪੀਓ ਪੀਣਾ ਕਰੀਏ ਤਾਂ ਅਕਥ ਕਥ ਰਹੀ ਹੈ, ਤਾਂ ਅਕਥ ਕਹਿਣ ਤੋਂ ਰਹਿਤ ਵਾਹਿਗੁਰੂ ਦੀ ਕਥਾ ਨੂੰ ਕਥਨ ਕਰਕੇ ਉਸ ਵਿੱਚ ਇਸਤਤ ਰਹਿਣਾ ਕਰੀਏ। ਜੋ ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਹੈ, ਉਸ ਨੂੰ ਲਖਣਾ ਬਿਰਤੀ ਦੁਆਰਾ ਕਥਨ ਕਰਕੇ ਉਸ ਵਿੱਚ ਇਸਤਤ ਹੋ ਕੇ ਰਹੀਏ। ਇਉਂ ਨਿਜ ਕਰ ਬੈਸ ਸਹਿਜ ਕਰ ਲਹੀਐ, ਕਿ ਇਉਂ ਉਸ ਨੂੰ ਇਉਂ ਇੰਜ ਆਪਣੇ ਤੁਰਿਆ ਪਦ ਰੂਪੀ ਘਰ ਵਿੱਚ ਬੈਠ ਕਰਕੇ ਗਿਆਨ ਸਰੂਪੀ ਘਰ ਨੂੰ ਜਾਣੀਦਾ ਹੈ, ਉਸ ਪਰਮੇਸ਼ਰ ਨੂੰ ਜਾਣੀਦਾ ਹੈ। ਹਰ ਰਸ ਮਾਤੇ ਇਹੋ ਸੁਖ ਕਹੀਐ। ਜਿਹੜੇ ਹਰੀ ਪਰਮੇਸ਼ਰ ਦੇ ਪ੍ਰੇਮ ਵਿੱਚ ਰਾਤੇ ਮੱਤੇ ਮਸਤ ਹੋਏ ਹਨ, ਹਰ ਰਸ ਮਾਤੇ, ਜਿਹੜੇ ਹਰੀ ਪਰਮੇਸ਼ਰ ਦੇ ਰਾਸ ਪ੍ਰੇਮ ਵਿੱਚ ਮਾਤੇ ਮਸਤ ਹਨ, ਇਹ ਸੁਖ ਕਹੀਐ। ਇਹ ਅਦਵੈਤ ਸੁਖ ਆਨੰਦ ਸਰੂਪ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਮਸਤ ਰਹਿੰਦੇ ਹਨ। ਗੁਰਮਤਿ ਚਾਲ ਨਿਹਚਲ ਨਹੀਂ ਡੋਲੈ। ਗੁਰਮਤਿ ਗੁਰਾਂ ਦੀ ਸਿੱਖਿਆ ਦੁਆਰਾ ਐਸੀ ਚਾਲ ਐਸੀ ਮਰਜ਼ਾਦਾ ਵਿੱਚ ਚੱਲ ਕੇ ਹਿਰਦਾ ਨਿਹਚਲ ਅਚਲ ਹੋ ਜਾਂਦਾ ਹੈ ਅਤੇ ਕਦੇ ਵੀ ਪਦਾਰਥਾਂ ਕਦੇ ਵੀ ਵਿਸ਼ਿਆਂ ਦੇ ਵਿੱਚ ਡੋਲੇ ਨਾ। ਗੁਰਮਤਿ ਸਾਚ ਸਹਿਜ ਹਰ ਬੋਲੇ, ਕਿ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਸੱਚ ਸਰੂਪ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਭਾਵਕ ਹੀ ਬੋਲਣਾ ਕਰੇ। ਪੀਵੈ ਅੰਮ੍ਰਿਤ ਤਤ ਬਿਰੋਲੈ। ਮਹਾਰਾਜ ਜੀ ਬਾਣੀ ਦੁਆਰਾ ਕਥਨ ਕਰਦੇ ਹਨ
ਕਿ ਤਾਂ ਤਤ ਸਿਧਾਤ ਦਾ ਬਰੋਲੇ ਮਥਨ ਕਰਕੇ ਕਿ ਸਾਰਸ ਸਿਧਾਂਤ ਦਾ ਮਥਨ ਕਰਕੇ ਅੰਮ੍ਰਿਤ ਮਿਰਤੂ ਤੋਂ ਰਹਿਤ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਪੀਣਾ ਕਰੇ। ਤਤ ਬਰੋਲੇ ਤਤ ਸਰੂਪ ਦੇ ਤਾਈ ਬਰੋਲ ਕੇ ਭਾਵ ਇਸ ਵਿੱਚੋਂ ਪਦਾਰਥਾਂ ਮਿਥਿਆ ਵਸਤੂ ਰੂਪੀ ਬੂਰ ਨੂੰ ਪਾਸੇ ਕਰਕੇ ਰਿਧੀਆਂ ਸਿਧੀਆਂ ਦੇ ਸੁੱਖਾਂ ਰੂਪੀ ਝੱਗ ਨੂੰ ਸਤ ਅਸਤ ਦਾ ਨਿਰਣਾ ਕਰਨ ਰੂਪ ਬਰੋਲ ਕੇ ਆਤਮਾਨੰਦ ਰੂਪੀ ਅੰਮ੍ਰਿਤ ਨੂੰ ਪੀਣਾ ਕਰੇ। ਸਤਿਗੁਰ ਦੇਖਿਆ ਦੀਖਿਆ ਲੀਨੀ। ਹੇ ਸਿੱਧੋ, ਮਹਾਰਾਜ ਜੀ ਕਹਿਣ ਲੱਗੇ ਜਿਨ੍ਹਾਂ ਨੇ ਸਤਿਗੁਰ ਗੁਰੂ ਸਾਹਿਬ ਜੀ ਦੇ ਦਰਸ਼ਨ ਨੂੰ ਦੇਖਿਆ ਹੈ, ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਦੀਖਿਆ ਸਿੱਖਿਆ ਲੈਣਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਅਸੀਂ ਅਕਾਲ ਪੁਰਖ ਦੇ ਸਰੂਪ ਨੂੰ ਸਖਿਆਤ ਕਰਕੇ ਦੇਖਣਾ ਕੀਤਾ ਹੈ, ਇਹੀ ਸਿੱਖਿਆ ਲੈਣਾ ਕੀਤੀ ਹੈ। ਜਦੋਂ ਮਹਾਰਾਜ ਜੀ ਨੂੰ ਹਿਰਦਾ ਤੇ ਸਰੀਰ ਅਰਪਣ ਭੇਟਾ ਕਰ ਦਿੱਤਾ ਤਾਂ ਮਹਾਰਾਜ ਜੀ ਨੇ ਸਾਡੀ ਅੰਦਰੋਂ ਹੀ ਕਲਿਆਣ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਸਿੱਧਾ ਨੂੰ ਕਹਿਣ ਲੱਗੇ ਕਿ ਹਿਰਦੇ ਵਿੱਚ ਹੀ ਜੋ ਪ੍ਰਾਪਤ ਰੂਪ ਹੈ ਉਸ ਦੀ ਪ੍ਰਾਪਤੀ ਕਰਾ ਦਿੱਤੀ। ਜੋ ਆਤਮ ਪ੍ਰਾਤਮਾ ਦਾ ਅੰਤਰ ਫਰਕ ਸੀ ਉਹ ਨਾਸ ਕਰਕੇ ਏਕਤਾ ਕਰ ਦਿੱਤੀ। ਗਤ ਮਿਤ ਪਾਈ ਆਤਮ ਚੀਨੀ ਕਿ ਗਤ ਪ੍ਰਾਪਤੀ ਰੂਪੀ ਜੋ ਬ੍ਰਹਮ ਹੈ ਉਸ ਦੀ ਮਿਤ ਮਰਜ਼ਾਦਾ ਪਾ ਲਈ ਹੈ ਅਤੇ ਆਪਣੇ ਆਪ ਨੂੰ ਬ੍ਰਹਮ ਰੂਪ ਕਰਕੇ ਜਾਣ ਲਿਆ ਹੈ। ਭੋਜਨ ਨਾਮ ਨਿਰੰਜਨ ਸਾਰ ਪਰਮਹੰਸ ਸੱਚ ਜੋਤ ਅਪਾਰ। ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਨਿਰੰਜਨ ਜੋ ਮਾਇਆ ਕਾਲਕ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ। ਨਾਮ ਹੀ ਸਭ ਤੋਂ ਸ੍ਰੇਸ਼ਟ ਭੋਜਨ ਹੈ। ਭੋਜਨ ਨਾਮ ਨਿਰੰਜਨ ਸਾਰ ਕਿ ਨਿਰੰਜਨ ਮਾਇਆ ਕਾਲਕ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸਾਰ ਸ੍ਰੇਸ਼ਟ ਭੋਜਨ ਹੈ। ਪਰਮਹੰਸ ਸੱਚ ਜੋਤ ਅਪਾਰ। ਪਰਮਹੰਸ ਤਤ ਵੇਤੇ ਮਹਾਂਪੁਰਖ ਜੋ ਸਤ ਅਸਤ ਦਾ ਵਿਵੇਚਨ ਕਰਨ ਵਾਲੇ ਹਨ, ਉਹਨਾਂ ਦੇ ਅੰਦਰ ਪਾਰਾਵਾਰ ਤੋਂ ਰਹਿਤ ਸੱਚੇ ਪਰਮੇਸ਼ਰ ਦੀ ਜੋਤ ਪ੍ਰਕਾਸ਼ ਹੈ। ਜਹ ਦੇਖੋ ਤਹ ਏਕੰਕਾਰ। ਹੇ ਸਿੱਖੋ, ਜਿੱਥੇ ਵੀ ਦੇਖਦੇ ਹਾਂ ਉੱਥੇ ਹੀ ਏਕੰਕਾਰ ਅਦਵੈਤ ਰੂਪ ਬ੍ਰਹਮ ਹੀ ਦਿਸ ਰਿਹਾ ਹੈ। ਰਹਿ ਨਿਰਾਲਮ ਏਕਾ ਸੱਚ ਕਰਨੀ। ਮਹਾਰਾਜ ਜੀ ਕਹਿਣ ਲੱਗੇ ਜਿਹੜਾ ਪੁਰਖ ਸਾਰਿਆਂ ਪਦਾਰਥਾਂ ਵੱਲੋਂ ਨਿਰਾਲਮ ਅਸੰਗ ਰਹਿੰਦਾ ਹੈ ਤੇ ਇੱਕੋ ਹੀ ਸੱਚੇ ਨਾਮ ਦੀ ਕਮਾਈ ਕਰਦਾ ਹੈ ਅਤੇ ਪਰਮ ਪਦ ਪਾਇਆ ਸੇਵਾ ਗੁਰ ਚਰਨੀ ਅਤੇ ਗੁਰ ਸਤਿਗੁਰੂ ਸਾਹਿਬ ਜੀ ਦੇ ਚਰਨੀ ਚਰਨਾ ਕਮਲਾਂ ਦੀ ਸੇਵਾ ਕਰਦਾ ਹੈ, ਟਹਿਲ ਕਰਦਾ ਹੈ, ਉਹ ਪਰਮ ਪਦ ਵੱਡੀ ਪਦਵੀ ਭਾਵ ਕੈਵਲ ਮੋਖ ਦੀ ਪ੍ਰਾਪਤੀ ਕਰ ਲੈਂਦਾ ਹੈ। ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ। ਜਦੋਂ ਗੁਰਾਂ ਦੇ ਮੰਤਰ ਉੱਤੇ ਹਿਰਦਾ ਮੰਨ ਗਿਆ, ਮਨ ਮੰਨ ਗਿਆ, ਤਾਂ ਜੋ ਅਹੰ ਹਉਮੈ ਕਰਕੇ ਜੰਮਣਾ ਮਰਨਾ ਰੂਪ ਭਟਕਣਾ ਸੀ ਉਹ ਚੁੱਕੀ ਗਈ, ਨਾਸ ਹੋ ਗਈ। ਜਦੋਂ ਸ਼੍ਰੋਮਣੀ ਪਰਮੇਸ਼ਰ ਦੇ ਗਿਆਨ ਤੋਂ ਮਨ ਇਕਾਗਰ ਹੋਣ ਰੂਪ ਮੰਨ ਗਿਆ ਤਾਂ ਉਸ ਵੇਲੇ ਅਹੰ ਹੰਕਾਰ ਅਤੇ ਜੂਨਾ ਦੀ ਭਰਮਣੀ ਭ੍ਰਾਂਤੀ ਸਭ ਚੁੱਕੀ ਗਈ, ਨਿਵਰਤ ਹੋ ਗਈ। ਇਨ ਬਿਦ ਕੌਣ ਕੌਣ ਨਹੀਂ ਤਾਰਿਆ। ਮਹਾਰਾਜ ਜੀ ਕਹਿਣ ਲੱਗੇ, ਹੇ ਸਿੱਧੋ, ਇਸ ਤਰੀਕੇ ਨਾਲ ਪਰਮੇਸ਼ਰ ਨੇ ਕੌਣ ਕੌਣ ਕਿਹੜਾ ਕਿਹੜਾ ਨਹੀਂ ਤਾਰਨਾ ਕੀਤਾ। ਭਾਵ ਚਾਰੇ ਯੁੱਗਾਂ ਵਿੱਚ ਬੇਅੰਤ ਹੀ ਤਾਰ ਦਿੱਤੇ ਹਨ। ਹਰ ਜਸ ਸੰਤ ਭਗਤ ਨਿਸਤਾਰਿਆ, ਪ੍ਰਭ ਪਾਏ ਹਮ ਅਵਰ ਨਾ ਭਾਰਿਆ।
ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਹਾਰ ਜਸ ਸੰਤ ਭਗਤ ਨਿਸਤਾਰਿਆ, ਜਿਨ੍ਹਾਂ ਸੰਤ ਸਾਤ ਚਿੱਤ ਮਹਾਤਮਾ ਅਤੇ ਭਗਤ ਸੇਵਕਾਂ ਨੇ ਹਰੀ ਦਾ ਜਸ ਹਰੀ ਦਾ ਕੀਰਤਨ ਕੀਤਾ ਹੈ, ਉਹਨਾਂ ਸਾਰਿਆਂ ਨੂੰ ਹੀ ਹਰੀ ਨੇ ਨਿਸਤਾਰਿਆ, ਧਾਰਨਾ ਕੀਤਾ ਹੈ। ਸੰਤ ਮਹਾਂਪੁਰਖਾਂ ਨੇ ਹਰੀ ਦਾ ਜਸ ਕਰਕੇ ਭਗਤ ਉਪਾਸਕਾਂ ਨੂੰ ਧਾਰਨਾ ਕੀਤਾ ਹੈ। ਹੇ ਸਿੱਧੋ, ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਸਿੱਧਾਂ ਨੂੰ ਸਮਝਾ ਰਹੇ ਹਨ ਕਿ ਹੇ ਸਿੱਧੋ, ਅਸੀਂ ਤਾਂ ਪਰਮੇਸ਼ਰ ਨੂੰ ਹੀ ਪ੍ਰਾਪਤ ਕੀਤਾ ਹੈ। ਅਸੀਂ ਪ੍ਰਭ ਪਾਏ ਹਮ ਆਵਰ ਨਾ ਭਾਰਿਆ, ਕਿ ਅਸੀਂ ਤਾਂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਅਸੀਂ ਆਵਰ ਹੋਰ ਕਿਸੇ ਚੀਜ਼ ਨੂੰ ਭਾਰਿਆ, ਭਾਲਣ ਦੀ ਲੋੜ ਨਹੀਂ ਸਮਝੀ ਕਿ ਅਵਰਨ ਅਗਿਆਨ ਦੇ ਪਰਦੇ ਪਾਉਣ ਵਾਲੀਆਂ ਚੀਜ਼ਾਂ ਨੂੰ ਅਸੀਂ ਭਾਲਿਆ। ਅਸੀਂ ਤਾਂ ਵਾਹਿਗੁਰੂ ਨੂੰ ਹੀ ਪਾਇਆ ਹੈ। ਸਾਚ ਮਹਿਲ ਗੁਰ ਅਲਖ ਲਖਾਇਆ, ਨਿਹਚਲ ਮਹਿਲ ਨਹੀਂ ਛਾਇਆ ਮਾਇਆ। ਸੱਚੇ ਸਰੂਪ ਦੇ ਮਾਲਕ ਆਪ ਗੁਰੂ ਸਾਹਿਬ ਜੀ ਹਨ। ਸਾਚ ਮਹਿਲ ਗੁਰ ਅਲਖ ਲਖਾਇਆ, ਕਿ ਸੱਚੇ ਮਹਿਲ ਸਰੂਪ ਦੇ ਮਾਲਕ ਆਪ ਗੁਰੂ ਸਾਹਿਬ ਜੀ ਹਨ। ਉਹਨਾਂ ਨੇ ਕਿਰਪਾ ਕਰਕੇ ਅਲਖ ਨਾ ਲਖੇ ਜਾਣ ਵਾਲੇ ਸਰੂਪ ਨੂੰ ਜਣਾ ਦਿੱਤਾ ਹੈ। ਜੋ ਸਾਧ ਸੰਗਤ ਵਿੱਚ ਆਏ ਹਨ, ਉਹਨਾਂ ਨੂੰ ਸੱਚੇ ਪਰਮਾਤਮਾ ਨੇ ਆਪਣੇ ਤੁਰਿਆ ਪਦ ਰੂਪੀ ਅਸਥਾਨ ਵਿੱਚ ਟਿਕਾ ਕੇ ਨਾ ਲਖੇ ਜਾਣ ਵਾਲੇ, ਜੋ ਅਸ਼ੁੱਧ ਮਨ ਕਰਕੇ ਲਖਿਆ ਨਹੀਂ ਜਾਂਦਾ, ਉਸ ਨੂੰ ਲਖਾਇਆ ਭਾਵ ਜਣਾ ਦਿੱਤਾ ਹੈ। ਸਾਚ ਸੰਤੋਖੇ ਭਰਮ ਚੁਕਾਇਆ, ਇਸ ਪ੍ਰਕਾਰ ਸਤ ਸਰੂਪ ਕਰਕੇ ਸੰਤੁਸ਼ਟ ਹੋ ਗਏ ਹਾਂ ਤੇ ਗੁਰੂ ਸਾਹਿਬ ਜੀ ਨੇ ਹਿਰਦੇ ਵਿੱਚੋਂ ਸੰਸਾ ਚੁਕਾ ਦਿੱਤਾ ਹੈ। ਮਨ ਜਿਨ ਕੈ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਜਿਨ ਕੈ ਮਨ ਵਸਿਆ ਸਚ ਸੋਈ, ਜਿਨ੍ਹਾਂ ਦੇ ਮਨ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸਤ ਸਰੂਪ ਪਰਮੇਸ਼ਰ ਵਸ ਗਿਆ ਹੈ। ਤਿਨ ਕੀ ਸੰਗਤ ਗੁਰਮੁਖ ਹੋਈ, ਤਿਨ ਉਹਨਾਂ ਦੀ ਸੰਗਤ ਕਰਕੇ ਗੁਰਮੁਖਾਂ ਵਾਲੇ ਸੁਭਾਅ ਦੀ ਪ੍ਰਾਪਤੀ ਹੁੰਦੀ ਹੈ। ਜਿਨ ਕੈ ਮਨ ਵਸਿਆ ਸਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸਤ ਸਰੂਪ ਪਰਮੇਸ਼ਰ ਵਸ ਗਿਆ ਹੈ, ਉਹਨਾਂ ਦੀ ਸੰਗਤ ਕਰਕੇ ਗੁਰਮੁਖਾਂ ਵਾਲੇ ਸੁਭਾਅ ਦੀ ਪ੍ਰਾਪਤੀ ਹੋਈ ਹੈ। ਨਾਨਕ ਸਾਚ ਨਾਮ ਮਲ ਧੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸੱਚੇ ਨਾਮ ਦੇ ਕਰਕੇ ਹੀ ਪਰਮੇਸ਼ਰ ਨੇ ਉਹਨਾਂ ਦੀ ਜੰਮਣ ਮਰਨ ਦੀ ਮਲ ਮੈਲ ਖੋ ਦਿੱਤੀ ਹੈ, ਨਾਸ ਕਰ ਦਿੱਤੀ ਹੈ। ਗੌੜੀ ਮਹੱਲਾ ਪਹਿਲਾ। ਰਾਮ ਨਾਮ ਚਿਤ ਰਾਪੈ ਜਾਂ ਕਾ, ਉਪਜੰਪ ਦਰਸ਼ਨ ਕੀਜੈ ਤਾਕਾ। ਰਾਮ ਨ ਜਪੋ ਅਭਾਗ ਤੁਮਾਰਾ, जुग जुग दाता प्रभ राम हमारा रहाऊ। गुरु नानक देव महाराज जी पहले पातशाह गौड़ी राग दे अंदर बाणी द्वारा उपदेश बख्शिश कर रहे हैं। राम नाम चित रापै जां का जिन्हां दा परमेश्वर दे नाम विच चित हिरदा रापै रंगिया जाता है। राम नाम चित रापै जां का जिन्हां दा परमेश्वर दे नाम विच हिरदा रंगिया जाता है, चित्त रंगिया जाता है। उपजंप दर्शन कीजै तां का कि उपजंप सूरज चढ़दे नाल भाव हार सवेरे ही उन्हां दा दर्शन उन्हां दा दीदार करना करिए। जिन्हां दा परमेश्वर दे नाम विच हिरदा रंगिया जाता है,
ਸੂਰਜ ਚੜ੍ਹਦੇ ਨਾਲ ਭਾਵ ਸਵੇਰੇ ਹੀ ਉਹਨਾਂ ਦੇ ਦਰਸ਼ਨ ਦੀਦਾਰ ਕਰਨਾ ਕਰੀਏ, ਉਹਨਾਂ ਦੇ ਉਪ ਸਮੀਪ ਜੰਪ ਜਾ ਕੇ ਦਰਸ਼ਨ ਕਰਨਾ ਕਰੀਏ। ਉਹਨਾਂ ਦੇ ਦਰਸ਼ਨ ਕਰਕੇ ਬ੍ਰਹਮ ਗਿਆਨ ਉਤਪੰਨ ਹੋ ਜਾਂਦਾ ਹੈ। ਜੋ ਪਰਮੇਸ਼ਰ ਨੂੰ ਉਪਜੰਪ ਸਮੀਪ ਜਾਣਦੇ ਹਨ, ਉਹਨਾਂ ਦੇ ਦਰਸ਼ਨ ਕਰਨੇ ਕਰੀਏ। ਰਾਮ ਨਾ ਜਪੋ ਅਭਾਗ ਤੁਮਾਰਾ, ਹੈ ਭਾਈ ਜੇਕਰ ਤੁਸੀਂ ਰਾਮ ਰਮੇ ਹੋਏ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਹੋ ਤਾਂ ਤੁਹਾਡਾ ਇਹ ਅਭਾਗ, ਤੁਹਾਡਾ ਇਹ ਮੰਦ ਭਾਗ ਹੈ। ਰਾਮ ਨਾ ਜਪੋ ਅਭਾਗ ਤੁਮਾਰਾ, ਹੈ ਭਾਈ ਜੇਕਰ ਤੁਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਹੋ ਤਾਂ ਤੁਹਾਡਾ ਇਹ ਮੰਦ ਭਾਗ ਹੈ। ਭਾਗਾਂ ਤੋਂ ਹੀਣਾ ਤੁਹਾਡਾ ਕਰਮ ਹੈ। ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ, ਕਿ ਹਮਾਰਾ ਸਾਡਾ ਰਾਮ ਰਮਿਆ ਹੋਇਆ ਪ੍ਰਭੂ ਜੁਗਾਂ ਜੁਗਾਂ ਵਿੱਚ ਦਾਤਾਂ ਦੇਣ ਵਾਲਾ ਹੈ। ਕਿ ਉਹ ਪਰਮੇਸ਼ਰ ਦਾਤਾਂ ਦਿੰਦਾ ਹੈ, ਕਿ ਜੋ ਵੀ ਪਰਮੇਸ਼ਰ ਤੋਂ ਦਾਤਾਂ ਲੈ ਕੇ ਨਾਮ ਨਹੀਂ ਜਪਦੇ ਉਹਨਾਂ ਦੇ ਮੰਦ ਭਾਗ ਹਨ, ਭਾਗਾਂ ਤੋਂ ਹੀਣੇ ਹਨ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਰਹਾਓ ਵਿਸ਼ਰਾਮ ਦੇ ਕੇ। ਗੁਰਮਤਿ ਰਾਮ ਜਪੈ ਜਨ ਪੂਰਾ, ਜਿਹੜਾ ਪੁਰਖ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦਾ ਨਾਮ ਜਪਦਾ ਹੈ। ਗੁਰਮਤਿ ਰਾਮ ਜਪੈ ਜਨ ਪੂਰਾ, ਕਿ ਜਿਹੜਾ ਪੁਰਸ਼ ਗੁਰਮਤਿ ਗੁਰੂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਪੁਰਸ਼ ਪੂਰਨ ਹੈ। ਉਸ ਨੂੰ ਹੀ ਪੂਰਨ ਪੁਰਖ ਜਾਣਨਾ ਕਰੋ। ਤਿਤ ਘਟ ਅਨਹਦ ਬਾਜੇ ਤੂਰਾ, ਕਿ ਤਿਤ ਤਿਸ ਪੁਰਖ ਦੇ ਘਟ ਹਿਰਦੇ ਵਿੱਚ ਅਨਹਦ ਨਾਸ ਤੋਂ ਰਹਿਤ ਛੀ ਘਰ ਸ਼ਬਦ ਰੂਪੀ ਬਾਜੇ ਵੱਜ ਆਉਂਦੇ ਹਨ। ਤਿਤ ਘਟ ਅਨਹਦ ਬਾਜੇ ਤੂਰਾ, ਕਿ ਤਿਸ ਪੁਰਖ ਦੇ ਹਿਰਦੇ ਵਿੱਚ ਅਨਹਦ ਨਾਸ ਤੋਂ ਰਹਿਤ ਛੀ ਘਰ ਛੇਤੀ ਸ਼ਬਦ ਰੂਪੀ ਬਾਜੇ ਵੱਜ ਆਉਂਦੇ ਹਨ। ਕਿ ਜਿਹੜਾ ਪੁਰਸ਼ ਗੁਰੂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦਾ ਨਾਮ ਜਪਦਾ ਹੈ, ਉਹ ਹੀ ਪੁਰਸ਼ ਪੂਰਨ ਹੈ। ਕਿ ਉਸ ਪੁਰਸ਼ ਦੇ ਹਿਰਦੇ ਵਿੱਚ ਅਨਹਦ ਨਾਸ ਤੋਂ ਰਹਿਤ ਛੀਕਰ ਸ਼ਬਦ ਰੂਪੀ ਬਾਜੇ ਵੱਜ ਆਉਂਦੇ ਹਨ। ਸੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ। ਜੋ ਜਨ, ਜਿਹੜੇ ਪੁਰਸ਼ ਪਰਮੇਸ਼ਰ ਦੀ ਭਗਤੀ ਕਰਦੇ ਹਨ। ਜੋ ਜਨ ਰਾਮ ਭਗਤ ਹਰ ਪਿਆਰ, ਜਿਹੜੇ ਪੁਰਸ਼ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹ ਹਰੀ ਨੂੰ ਪਿਆਰੇ ਹਨ। ਸੇ ਪ੍ਰਭ ਰਾਖੇ ਕਿਰਪਾ ਧਾਰ, ਸੇ ਉਹਨਾਂ ਨੂੰ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਧਾਰਨ ਕਰਕੇ ਜੰਮਣ ਮਰਨ ਦੇ ਵਿਕਾਰਾਂ ਤੋਂ ਰੱਖ ਲਿਆ ਹੈ। ਜਿਨ ਕੈ ਹਿਰਦੈ ਹਰ ਹਰ ਸੋਈ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਅੰਤਸਕਰਨ ਵਿੱਚ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਸੋਭਦਾ ਹੈ। ਤਿਨ ਕਾ ਦਰਸ ਪਰਸ ਸੁਖ ਹੋਈ, ਤਿਨ ਉਹਨਾਂ ਪਿਆਰਿਆਂ ਦਾ ਦਰਸ਼ਨ ਪਰਸਨ ਕਰਕੇ ਆਨੰਦ ਦੇ ਸਹਿਤ ਹੋ ਜਾਈਦਾ ਹੈ। ਜਿਨ ਕੈ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ, ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਸੋਭਦਾ ਹੈ, ਉਹਨਾਂ ਪਿਆਰਿਆਂ ਦਾ ਦਰਸ਼ਨ ਪਰਸਨ ਕਰਕੇ ਆਨੰਦ ਦੇ ਸਹਿਤ ਹੋਈਦਾ ਹੈ। ਸਰਬ ਜੀਆਂ ਮੈਂ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੋਨੀ ਭਵੈ। ਮਹਾਰਾਜ ਜੀ ਕਥਨ ਕਰਦੇ ਹਨ, ਸਰਬ ਜੀਆਂ ਮੈਂ ਏਕੋ ਰਵੈ, ਉਹ ਗੁਰਮੁਖ ਸਰਬ ਸਾਰਿਆਂ ਜੀਵਾਂ ਵਿੱਚ ਇੱਕੋ ਹੀ ਅਦਵੈਤ ਸਰੂਪ ਪਰਮੇਸ਼ਰ ਨੂੰ ਜਾਣ ਕੇ ਰਵੈ ਉਚਾਰਨ ਕਰਦਾ ਹੈ। ਅਤੇ ਮਨਮੁਖ ਅਹੰਕਾਰੀ ਫਿਰ ਜੂਨੀ ਭਵੈ, ਮਨਮੁਖ ਸਾਖਤ ਪੁਰਸ਼ ਹੰਕਾਰੀ ਹੰਕਾਰ ਦੇ ਸਹਿਤ ਹੋਣ ਕਰਕੇ ਮੁੜ ਮੁੜ ਕੇ ਜੂਨਾਂ ਦੇ ਵਿੱਚ ਫਿਰਦਾ ਹੈ।
ਸੋ ਬੁੱਝੈ ਜੋ ਸਤਿਗੁਰ ਪਾਏ, ਸੋ ਉਹੋ ਹੀ ਬੁੱਝਦਾ ਹੈ, ਉਹੋ ਹੀ ਸਮਝਦਾ ਹੈ। ਜਿਹੜਾ ਸਤਿਗੁਰੂ ਗੁਰੂ ਸਾਹਿਬ ਜੀ ਨੂੰ, ਗੁਰੂ ਜੀ ਦੀ ਸ਼ਰਨ ਨੂੰ ਪਾਉਂਦਾ ਹੈ, ਜਿਹੜਾ ਸਤਿਗੁਰੂ ਤੋਂ ਰਹਿਤ ਚੇਤਨ ਸਰੂਪ ਨੂੰ ਪਾਉਂਦਾ ਹੈ, ਉਹ ਸਤ ਦੇ ਨਿਰਣੇ ਨੂੰ ਜਾਣ ਲੈਂਦਾ ਹੈ। ਸਿੱਧ ਕਹਿਣ ਲੱਗੇ ਕਿ ਮਹਾਰਾਜ ਸਤਿਗੁਰੂ ਤਾਂ ਆਪ ਹੀ ਹੋਂ, ਫਿਰ ਅਸੀਂ ਹੋਰ ਕਿਸ ਨੂੰ ਪੁੱਛੀਏ। ਮਹਾਰਾਜ ਜੀ ਕਹਿਣ ਲੱਗੇ, ਹਉਮੈ ਮਾਰੇ ਗੁਰ ਸ਼ਬਦੇ ਪਾਏ। ਜੇਕਰ ਤੁਹਾਡਾ ਨਿਸ਼ਚਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਤਾਂ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ, ਹੰਗਤਾ ਨੂੰ ਮਾਰ ਕੇ ਵਾਹਿਗੁਰੂ ਨੂੰ ਪਾਉਣਾ ਕਰੋਗੇ। ਅਰਧ ਉਰਧ ਕੀ ਸੰਧ ਕਿਉਂ ਜਾਣੈ। ਮਹਾਰਾਜ ਜੀ ਕਿਰਪਾ ਕਰਕੇ ਜਿਹੜਾ ਜੀਵ ਪਰਮਾਤੀ ਹੋ ਕੇ ਅਰਧ ਹੁੰਦਾ ਨੀਵਾਂ ਹੋ ਰਿਹਾ ਹੈ, ਅਤੇ ਜਿਹੜਾ ਈਸ਼ਰ ਸਰਬ ਗੁਣਾ ਸੰਪੁੰਨ ਉੱਚਾ ਹੋ ਰਿਹਾ ਹੈ, ਇਹਨਾਂ ਦੀ ਸੰਧ, ਇਹਨਾਂ ਦੀ ਮਿਲਾਉਣੀ ਨੂੰ ਕਿਵੇਂ ਜਾਣਨਾ ਕਰੀਏ। ਜੋ ਸਰੀਰ ਵਿੱਚ ਨਾਭੀ ਤੋਂ ਅਰਧ ਥੱਲੇ ਸਵਾਸ ਆ ਰਹੇ ਹਨ, ਅਤੇ ਜੋ ਨਾਸਾਂ ਰਾਹੀਂ ਉਰਧ ਉੱਪਰ ਨੂੰ ਨਿਕਲ ਰਹੇ ਹਨ, ਇਹਨਾਂ ਨੂੰ ਸੰਧ, ਇਹਨਾਂ ਨੂੰ ਮੇਲ ਕਰਕੇ ਜੋੜ ਕੇ 10ਵੇਂ ਦੁਆਰ ਚੜ੍ਹਾਉਣ ਨੂੰ ਕਿਵੇਂ ਜਾਣਨਾ ਕਰੀਏ। ਮਹਾਰਾਜ ਜੀ ਅੱਗੇ ਸਮਝਾ ਰਹੇ ਹਨ, ਗੁਰਮੁਖ ਸੰਧ ਮਿਲੈ ਮਨ ਮਾਨੈ। ਗੁਰਮੁਖਾਂ ਦੇ ਸੰਧ, ਗੁਰਮੁਖਾਂ ਦੇ ਮੇਲ ਵਿੱਚ ਮਿਲ ਕਰਕੇ ਸਤਿਗੁਰਾਂ ਦੇ ਮੰਤਰ ਨੂੰ ਮੰਨਣਾ ਕਰੇ, ਤੇ ਮੰਨਣਾ ਕਰਕੇ ਜੀਵ ਈਸ਼ ਦਾ ਮਿਲਾਪ ਹੋ ਜਾਂਦਾ ਹੈ। ਗੁਰਮੁਖ ਸੰਧ ਮਿਲੈ ਮਨ ਮਾਨੈ, ਕਿ ਗੁਰਮੁਖਾਂ ਦੇ ਸੰਧ ਮੇਲ ਵਿੱਚ ਮਿਲ ਕਰਕੇ ਅਤੇ ਸਤਿਗੁਰਾਂ ਦੇ ਮੰਤਰ ਨੂੰ ਮੰਨਣੇ ਕਰਕੇ ਜੀਵ ਈਸ਼ ਦਾ ਮਿਲਾਪ ਹੋ ਜਾਂਦਾ ਹੈ। ਜੀਵ ਦਾ ਤੇ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਜੋ ਆਉਂਦੇ ਜਾਂਦੇ ਸਵਾਸਾਂ ਦਾ ਆਧਾਰ ਰੂਪ ਅਤੇ ਪ੍ਰਕਾਸ਼ ਵਾਲਾ ਜੋ ਚੇਤਨ ਬ੍ਰਹਮ ਹੈ, ਗੁਰਮੁਖਾਂ ਦਾ ਉਸ ਦੀ ਸਥਿਤੀ ਵਿੱਚ ਮਿਲ ਕੇ ਹਿਰਦਾ ਮੰਨ ਜਾਂਦਾ ਹੈ। ਇਉਂ ਉਹ ਉਸ ਬ੍ਰਹਮ ਵਿੱਚ ਮਿਲੇ ਰਹਿੰਦੇ ਹਨ, ਫਿਰ ਵੀ ਇਉਂ ਬੇਨਤੀਆਂ ਕਰਦੇ ਰਹਿੰਦੇ ਹਨ। ਉਸ ਪਰਮੇਸ਼ਰ ਦੇ ਵਿੱਚ ਮਿਲ ਕੇ ਬੇਨਤੀਆਂ ਇਸ ਪ੍ਰਕਾਰ ਕਰਦੇ ਹਨ ਕਿ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ। ਮਹਾਰਾਜ ਜੀ ਕਹਿਣ ਲੱਗੇ ਸਿੱਧਾਂ ਨੂੰ ਕਿ ਜਿਹੜੇ ਪਰਮੇਸ਼ਰ ਦੇ ਨਾਲ ਮਿਲੇ ਰਹਿੰਦੇ ਹਨ, ਉਹ ਫਿਰ ਵੀ ਇਹ ਬੇਨਤੀਆਂ ਕਰਦੇ ਹਨ ਕਿ ਹਮ ਪਾਪੀ ਨਿਰਗੁਣ ਕੋ ਗੁਣ ਕਰੀਐ। ਹੇ ਮਹਾਰਾਜ, ਹਮ ਸਾਨੂੰ ਪਾਪੀ ਦੁਸ਼ਟਾਂ ਅਤੇ ਨਿਰਗੁਣ ਸ਼ੁਭ ਗੁਣਾਂ ਤੋਂ ਹੀਣਿਆਂ ਨੂੰ ਅਪਰੋਖ ਗਿਆਨ ਰੂਪੀ ਉਪਕਾਰ ਦੇਣਾ ਕਰੀਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭੂ, ਹੇ ਪਰਮਾਤਮਾ, ਜੇਕਰ ਆਪ ਸਾਡੇ 'ਤੇ ਦਿਆਲੂ ਹੋਏ ਹੋਂ ਤਾਂ ਅਸੀਂ ਜਨ ਤਰ ਸਕਾਂਗੇ। ਹਮ ਪਾਪੀ ਨਿਰਗੁਣ ਕੋ ਗੁਣ ਕਰੀਐ, ਪ੍ਰਭ ਹੋਏ ਦਿਆਲ ਨਾਨਕ ਜਨ ਤਰੀਐ। ਮਹਾਰਾਜ ਜੀ, ਸਾਨੂੰ ਪਾਪੀ ਦੁਸ਼ਟਾਂ ਅਤੇ ਨਿਰਗੁਣ ਸ਼ੁਭ ਗੁਣਾਂ ਤੋਂ ਹੀਣਿਆਂ ਨੂੰ ਅਪਰੋਖ ਗਿਆਨ ਰੂਪੀ ਉਪਦੇਸ਼ ਦੇਣਾ ਕਰੀਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਪਰਮਾਤਮਾ, ਜੇਕਰ ਆਪ ਸਾਡੇ 'ਤੇ ਦਿਆਲੂ ਹੋਏ ਹੋਂ ਤਾਂ ਅਸੀਂ ਜਨ ਤਰ ਸਕਾਂਗੇ। 16 ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ। ਇੱਥੋਂ ਤੱਕ ਗੁਆਰੇਰੀ ਜਾਤੀ ਦੀ ਗੌੜੀ ਦੀਆਂ 16 ਅਸ਼ਟਪਦੀਆਂ, 8 ਪਦਿਆਂ ਵਾਲੇ ਸ਼ਬਦ ਨਾਨਕ ਮੱਤੇ ਵਿਖੇ ਸਿੱਧਾਂ ਨਾਲ ਚਰਚਾ ਕਰਦੇ ਹੋਏ ਉਚਾਰਨ ਕੀਤੇ ਹਨ। 16 ਅਸ਼ਟਪਦੀਆਂ ਗੁਆਰੇਰੀ ਗੌੜੀ ਕੀਆਂ, ਕਿ ਇੱਥੋਂ ਤੱਕ ਗੁਆਰੇਰੀ ਜਾਤੀ ਦੀ ਗੌੜੀ ਦੀਆਂ 16 ਅਸ਼ਟਪਦੀਆਂ, ਕਿ 16 ਅਸ਼ਟਪਦੀਆਂ ਵਾਲੇ ਸ਼ਬਦ ਨਾਨਕ ਮੱਤੇ ਵਿਖੇ ਸਿੱਧਾਂ ਨਾਲ ਚਰਚਾ ਕਰਦੇ ਹੋਏ
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ ਕਿ ਇਹ ਸ਼ਬਦ 16 ਅਸ਼ਟਪਦੀਆਂ ਗੁਆਰੇਰੀ ਗੌੜੀ ਦੀਆਂ ਪਿਛਲੇ ਸ਼ਬਦ ਨਾਲ ਪੜ੍ਹਨਾ ਅਤੇ ਅੱਗੇ ਗੌੜੀ ਬੈਰਾਗਣ ਮਹੱਲਾ ਪਹਿਲਾ ਇਸ ਦੇ ਨਾਲ ਨਹੀਂ ਪੜ੍ਹਨਾ, ਪਿਛਲੇ ਸ਼ਬਦ ਦੇ ਨਾਲ ਇਹ ਜੁੜੀਆਂ ਹੋਈਆਂ ਹਨ। ਅਗਲਾ ਸ਼ਬਦ ਪ੍ਰਾਰੰਭ ਹੁੰਦਾ ਹੈ ਗੌੜੀ ਬੈਰਾਗਣ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ, ਅਹਨਿਸ ਪਾਲੇ ਰਾਖ ਲਈ ਆਤਮ ਸੁਖ ਧਾਰਾ। ਇਤ ਉਤ ਰਾਖੋ ਦੀਨ ਦਿਆਲ, ਤਉ ਸਰਣਾਗਤ ਨਦਰ ਨਿਹਾਲ ਰਹਾਉ। ਜੈ ਦੇਖੋ ਤੈ ਰਵ ਰਹੇ, ਹਰ ਰਾਖਣ ਹਾਰਾ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਕਿਰਤ ਪਿਆ ਅਧ ਊਰਦੀ, ਬਿਨ ਗਿਆਨ ਵਿਚਾਰਾ। ਬਿਨ ਉਪਮਾ ਜਗਦੀਸ਼ ਕੀ, ਬਿਨ ਸੈ ਨਾ ਅੰਧਿਆਰਾ। ਜਗ ਬਿਨਸਤ ਹਮ ਦੇਖਿਆ, ਲੋਭੇ ਅਹੰਕਾਰਾ। ਗੁਰ ਸੇਵਾ ਪ੍ਰਭ ਪਾਇਆ, ਸੱਚ ਮੁਕਤ ਦੁਆਰਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਸਮਝਾ ਰਹੇ ਹਨ। ਗੌੜੀ ਬੈਰਾਗਣ ਮਹੱਲਾ ਪਹਿਲਾ ਕਿ ਗੌੜੀ ਰਾਗ ਦੇ ਅੰਦਰ ਬੈਰਾਗਣ ਜਾਤੀ ਵਿੱਚ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਸਮੇਂ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਥੇ ਬਣਾ ਕੇ ਆਉਂਦੀਆਂ ਸਨ ਕਰਤਾਰਪੁਰ ਸਾਹਿਬ। ਸਿੱਧ ਵੀ ਕਰਤਾਰਪੁਰ ਵਿਖੇ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚੇ ਸਨ। ਇਹਨਾਂ ਸਿੱਧਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਨੂੰ ਦੱਸਣਾ ਕਰੋ ਕਿ ਪਰਮੇਸ਼ਰ ਆਪ ਦੇ ਪਿਆਰਿਆਂ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ। ਤਦ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੌੜੀ ਦੀ ਬੈਰਾਗਣ ਜਾਤੀ ਵਿੱਚ ਇਹ ਅਸ਼ਟਪਦੀਆਂ ਉਚਾਰਨ ਕੀਤੀਆਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਬਾਣੀ ਦੁਆਰਾ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਜੀ ਸਮਝਾ ਰਹੇ ਹਨ ਕਿ ਪਰਮੇਸ਼ਰ ਆਪ ਦੇ ਪਿਆਰਿਆਂ ਦੀ ਰੱਖਿਆ ਕਿਸ ਤਰ੍ਹਾਂ ਕਰਦੇ ਹਨ। ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਕੀਤਾ ਹੈ। ਮਹਾਰਾਜ ਜੀ ਕਹਿਣ ਲੱਗੇ ਜਿਉ ਗਾਈ ਕੋ ਗੋਇਲੀ ਰਾਖੇ ਕਰ ਸਾਰਾ, ਕਿ ਜਿਸ ਪ੍ਰਕਾਰ ਗਾਈ ਗਊਆਂ ਦੇ ਤਾਈ ਗੋਇਲੀ ਗਵਾਲਾ ਸੰਭਾਲ ਕਰਕੇ ਰੱਖਦਾ ਹੈ, ਕਿ ਜਿਸ ਪ੍ਰਕਾਰ ਗਊਆਂ ਦੇ ਤਾਈ ਗਵਾਲਾ ਗਊਆਂ ਦੀ ਪਾਲਣਾ ਕਰਨ ਵਾਲਾ ਸੰਭਾਲ ਕਰਕੇ ਰੱਖਦਾ ਹੈ। ਰੋਜ਼ਾਨਾ ਜੰਗਲੀ ਜਾਨਵਰਾਂ ਆਦਿਕ ਤੋਂ ਸਾਵਧਾਨ ਹੋ ਕੇ ਰੱਖਿਆ ਕਰਦਾ ਹੈ। ਅਹਨਿਸ ਪਾਲੇ ਰਾਖ ਲੈ ਆਤਮ ਸੁਖ ਸਾਰਾ, ਕਿ ਅਹਨਿਸ ਦਿਨ ਰਾਤ ਗਊਆਂ ਬੱਚਿਆਂ ਨੂੰ ਪਾਲਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ ਅਤੇ ਰੱਖਿਆ ਕਰ ਲੈਂਦਾ ਹੈ। ਇਸ ਤਰ੍ਹਾਂ ਆਪਣੇ ਮਨ ਵਿੱਚ ਆਨੰਦ ਨੂੰ ਧਾਰਦਾ ਹੈ, ਖੁਸ਼ ਹੁੰਦਾ ਹੈ ਕਿ ਮੇਰੀਆਂ ਗਊਆਂ ਤੇ ਬਛਰੂ ਤੰਦਰੁਸਤ ਹਨ, ਖੁਸ਼ੀਆਂ ਮਾਣਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਡੀਆਂ ਸੂਖਮ ਕਾਰਨ ਅਸਥੂਲ ਦੇਹਾਂ ਗਾਈਆਂ ਦੀ ਨਿਆਈ ਹਨ, ਤੇ ਆਪ ਜੀ ਸਾਡੀਆਂ ਦੇਹਾਂ ਨੂੰ ਪਾਲਣ ਵਾਲੇ ਗੋਇਲੀ ਚਰਵਾਹੇ ਗਵਾਲੇ ਹੋਂ। ਇਤਨੇ ਜਿਤਨੇ ਵੀ
ਦੇਵ ਦੇਵਤੇ ਦੈਂਤ ਆਦਿਕ 84 ਲੱਖ ਜੂਨਾਂ ਦੀਆਂ ਦੇਹਾਂ ਰੂਪੀ ਗਊਆਂ ਹਨ। ਉਹਨਾਂ ਦੇ ਤਾਈਂ ਪਾਲਣਾ ਕਰਨ ਵਾਲੇ ਤੁਸੀਂ ਗਵਾਲੇ ਹੋ ਅਤੇ ਆਪਣੇ ਸੇਵਕਾਂ ਨੂੰ ਸੰਭਾਲ ਕੇ ਰੱਖਣ ਵਾਲੇ ਹੋ। ਸਾਡੇ ਸਵਾਸਾਂ ਦੇ ਤਾਈਂ ਰੋਜੀ ਖੁਰਾਕ ਆਦਿਕ ਦੇਣ ਵਿੱਚ ਹਰ ਤਰ੍ਹਾਂ ਕਰਕੇ ਆਪ ਸਹਾਇਤਾ ਕਰਦੇ ਹੋ। ਹੇ ਪ੍ਰਭੂ, ਤੂੰ ਰਾਤ ਦਿਨ ਸਾਡੀ ਪਾਲਣਾ ਕਰਦਾ ਹੈ। ਬਾਲਕ, ਯੁਵਾ, ਜਵਾਨੀ, ਬਿਰਧ ਤਿੰਨਾਂ ਅਵਸਥਾ ਵਿੱਚ ਤੁਸੀਂ ਸਾਡੀ ਪਾਲਣਾ ਕਰਦੇ ਹੋ। ਇਉਂ ਅਸੀਂ ਆਪਣੇ ਮਨ ਵਿੱਚ ਸੁਖ ਧਾਰਨ ਕਰਦੇ ਹਾਂ। ਇਤ ਉਤ ਰਾਖੋ ਦੀਨ ਦਿਆਲਾ, ਤਉ ਸਰਨਾਗਤ ਨਦਰ ਨਿਹਾਲਾ। ਕਿ ਹੇ ਦੀਨ, ਹੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਪਰਮੇਸ਼ਰ, ਤੁਸੀਂ ਇਤ ਉਤ ਲੋਕ ਪਰਲੋਕ ਵਿੱਚ ਸਾਨੂੰ ਰੱਖਣਾ ਕਰੋ। ਆਪ ਹੀ ਸਾਡੀ ਰੱਖਿਆ ਕਰਨ ਵਾਲੇ ਹੋ। ਤਉ ਸਰਨਾਗਤ ਨਦਰ ਨਿਹਾਲਾ। ਹੇ ਮਹਾਰਾਜ, ਮੈਂ ਤੁਹਾਡੀ ਸਰਨਾਗਤ ਸਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਆਪ ਜੀ ਨਦਰ ਨਿਹਾਲਾ, ਆਪ ਜੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਨਿਹਾਲਾ ਨਿਹਾਲ ਕਰੋ, ਦੁੱਖਾਂ ਤੋਂ ਰਹਿਤ ਕਰੋ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਜਹ ਦੇਖੋ ਤਹ ਰਬ ਰਹੇ, ਹਰ ਰਾਖਣ ਹਾਰਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮੈਂ ਜਿੱਥੇ ਵੀ ਵੇਖਦਾ ਹਾਂ ਉੱਥੇ ਹੀ ਤੁਸੀਂ ਵਿਆਪਕ ਹੋ ਰਹੇ ਹੋ। ਹੇ ਰਾਖਣ ਹਾਰਾ, ਰੱਖਿਆ ਕਰਨ ਵਾਲੇ ਪਰਮੇਸ਼ਰ, ਸਾਨੂੰ ਸਭ ਸਮਿਆਂ ਤੋਂ ਸਭ ਥਾਵਾਂ ਵਿੱਚ ਰੱਖਣਾ ਕਰੋ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਮਹਾਰਾਜ ਜੀ ਕਥਨ ਕਰਦੇ ਹਨ, ਤੂੰ ਦਾਤਾ, ਤੁਸੀਂ ਹੀ ਦਾਤਾ, ਦਾਤਾਂ ਦੇਣ ਵਾਲੇ ਹੋ ਅਤੇ ਭੁਗਤਾ ਤੂੰ ਹੈ ਅਤੇ ਪਦਾਰਥਾਂ ਨੂੰ ਭੋਗਣ ਵਾਲੇ ਵੀ ਤੁਸੀਂ ਹੀ ਹੋ। ਤੁਸੀਂ ਹੀ ਉਪਾਸਕਾਂ ਦੇ ਹਿਰਦਿਆਂ ਵਿੱਚ ਦਾਤਾਂ ਰੂਪ ਹੋ ਕੇ ਪਰੋਖ ਅਪਰੋਖ ਗਿਆਨ ਦੀਆਂ ਦਾਤਾਂ ਦੇਣ ਵਾਲੇ ਤੇ ਬ੍ਰਹਮਾਨੰਦ ਨੂੰ ਭੋਗਣ ਵਾਲੇ ਹੋ ਕੇ ਤਤਵੇਤਾ ਰੂਪ ਵੀ ਤੁਸੀਂ ਹੀ ਹੋ। ਅਤੇ ਤੂੰ ਪ੍ਰਾਣ ਆਧਾਰਾ, ਅਤੇ ਤੁਸੀਂ ਹੀ ਸਾਡੇ ਪ੍ਰਾਣ, ਸਾਡੇ ਸਵਾਸਾਂ ਦਾ ਆਸਰਾ ਰੂਪ ਹੋ। ਕਿਰਤ ਪਿਆ ਅਧ ਉਰਦੀ, ਬਿਨ ਗਿਆਨ ਵਿਚਾਰਾ। ਮਹਾਰਾਜ ਜੀ ਕਹਿਣ ਲੱਗੇ, ਆਪਣੇ ਸਰੂਪ ਦੇ ਬੋਧ ਦੀ ਵਿਚਾਰ ਕੀਤੇ ਤੋਂ ਬਗੈਰ ਜੀਵ ਦੇ ਮੱਥੇ ਉੱਪਰ ਕਿਰਤ ਪਿਆ ਹੋਇਆ ਹੈ, ਕਰਮ ਪਿਆ ਹੋਇਆ ਹੈ। ਉਸ ਅਨੁਸਾਰ ਕਦੇ ਨੀਵੀਆਂ ਜੂਨਾਂ ਵਿੱਚ ਆਉਂਦਾ ਹੈ, ਕਦੇ ਉਰਦੀ ਉੱਚੀਆਂ ਦੇਵਤਿਆਂ ਆਦਿਕ ਜੂਨਾਂ ਵਿੱਚ ਆਉਂਦਾ ਹੈ। ਅੱਧ ਹੁੰਦਾ ਨੀਵੀਆਂ ਧਰਤੀ ਦੇ ਬੇਚਰਨ ਵਾਲੀਆਂ ਜੂਨਾਂ ਵਿੱਚ ਆਉਂਦਾ ਹੈ, ਕਦੇ ਉਰਦੀ ਉੱਪਰ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਜੂਨਾਂ ਵਿੱਚ ਆਉਂਦਾ ਹੈ। ਕਰਮਾਂ ਅਨੁਸਾਰ ਜਦੋਂ ਪੁੰਨ ਨਾਸ ਹੋ ਜਾਂਦੇ ਹਨ ਤਾਂ ਉਦੋਂ ਉਰਦੀ ਸਵਰਗ ਆਦਿਕ ਵਿੱਚੋਂ ਨੌਖ ਰਾਜੇ ਵਾਂਗੂ ਮਾਤ ਲੋਕ ਵਿੱਚ ਆ ਕੇ ਡਿੱਗਦੇ ਹਨ। ਬਿਨ ਉਪਮਾ ਜਗਦੀਸ਼ ਕੀ, ਬਿਨ ਸੈਨਾ ਅੰਧਿਆਰਾ। ਬਿਨ ਉਪਮਾ ਜਗਦੀਸ਼ ਕੀ, ਬਿਨ ਸੈਨਾ ਅੰਧਿਆਰਾ। ਜਗਦੀਸ਼ ਜਗਤ ਦੇ ਈਸ਼ਵਰ ਪਰਮੇਸ਼ਰ ਦੀ ਉਪਮਾ, ਪਰਮੇਸ਼ਰ ਦੀ ਉਸਤਤ ਕੀਤੇ ਤੋਂ ਬਗੈਰ ਅਗਿਆਨ ਰੂਪੀ ਹਨੇਰਾ ਵਿਸ਼ੇਸ਼ ਕਰਕੇ ਨਾਸ ਨਹੀਂ ਹੁੰਦਾ, ਨਿਵਰਤ ਨਹੀਂ ਹੁੰਦਾ। ਜਗ ਬਿਨਸਤ ਹਮ ਦੇਖਿਆ, ਲੋਭੇ ਅਹੰਕਾਰਾ। ਕਿ ਲੋਭੇ ਲਾਲਚ ਅਤੇ ਹੰਕਾਰ ਆਦਿਕ ਵਿਕਾਰਾਂ ਵਿੱਚ, ਲਾਲਚ ਅਤੇ ਹੰਕਾਰ ਆਦਿਕ ਵਿਚਾਰਾਂ ਵਿੱਚ ਜਗ ਬਿਨਸਤ, ਇਹ ਸਾਰਾ ਜਗ ਸੰਸਾਰ ਨੂੰ ਬਿਨਸਤ ਨਾਸ ਹੁੰਦੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਦੇਖਿਆ ਹੈ। ਜਗ ਬਿਨਸਤ ਹਮ ਦੇਖਿਆ, ਲੋਭੇ ਹੰਕਾਰਾ। ਕਿ ਲੋਭੇ ਲਾਲਚ
ਅਤੇ ਹੰਕਾਰਾ ਹੰਕਾਰ ਆਦਿਕ ਵਿਕਾਰਾਂ ਵਿੱਚ ਸਭ ਜਗ ਸਭ ਸੰਸਾਰ ਨੂੰ ਬਿਨਸਤ ਨਾਸ ਹੁੰਦੇ ਹੋਏ ਨੂੰ ਅਸੀਂ ਦੇਖਿਆ ਹੈ। ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਹੈ, ਉਹਨਾਂ ਨੇ ਅਕਾਲ ਪੁਰਖ ਅਤੇ ਉਸ ਦਾ ਸੱਚਾ ਮੁਕਤੀ ਦਾ ਦਰਵਾਜ਼ਾ ਭਾਵ ਗਿਆਨ ਪਾਉਣਾ ਕੀਤਾ ਹੈ। ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ। ਆਪਣੇ ਸਰੀਰ ਆਪਣੇ ਅੰਤਸਕਾਰ ਰੂਪੀ ਘਰ ਦੇ ਵਿੱਚ ਹੀ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਰੂਪੀ ਮਹਿਲ ਸਥਿਤ ਹੈ, ਪਰੰਤੂ ਉਹ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹ ਪਰਮੇਸ਼ਰ ਅਪਰੰਪਰ ਪਰ ਕੀਰਤੀ ਤੋਂ ਪਰੇ ਹੈ। ਇਸ ਕਰਕੇ ਉਹ ਪ੍ਰਾਪਤ ਨਹੀਂ ਹੁੰਦਾ। ਬਿਨ ਸ਼ਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ, ਕਿ ਸਤਿਗੁਰਾਂ ਦੇ ਉਪਦੇਸ਼ ਤੋਂ ਬਗੈਰ ਉਸ ਪਦ ਵਿੱਚ ਕੋਈ ਵੀ ਸਥਿਤ ਨਹੀਂ ਹੋ ਸਕਦਾ। ਜੇਕਰ ਗੁਰਾਂ ਤੋਂ ਪੁੱਛ ਲਵੇ, ਸਮਝ ਲਵੇ, ਤਾਂ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਆ ਲੈ ਆਇਆ, ਕਿਆ ਲੈ ਆਇਆ, ਲੈ ਜਾਏ ਕਿਆ, ਫਾਸਹੇ ਜਮਜਾਲਾ, ਡੋਲ ਬੱਧਾ ਕਸ ਜੇਵਰੀ, ਆਕਾਸ ਪਤਾਲਾ। ਮਹਾਰਾਜ ਜੀ ਕਹਿਣ ਲੱਗੇ, ਹੈ ਜੀਵ, ਤੂੰ ਕੀ ਲੈ ਕਰਕੇ ਆਇਆ ਸੀ ਤੇ ਕੀ ਲੈ ਕਰਕੇ ਜਾਏਗਾ। ਭਾਵ ਨਾ ਨਾਲ ਕੁਝ ਆਇਆ ਸੀ ਤੇ ਨਾ ਹੀ ਨਾਲ ਕੁਝ ਜਾਵੇਗਾ। ਤੂੰ ਬੇਅਰਥ ਹੀ ਹਉਮੈ ਕਰਕੇ ਜਮਾਂ ਦੇ ਫਾਹਿਆਂ ਵਿੱਚ ਫਸ ਰਿਹਾ ਹੈ। ਡੋਲ ਬੱਧਾ ਕਸ ਜੇਵਰੀ, ਆਕਾਸ ਪਤਾਲਾ, ਕਿ ਜੇਕਰ ਡੋਲ ਖੂਹ ਵਿੱਚੋਂ ਪਾਣੀ ਕੱਢਣ ਵਾਲੇ ਪਾਤਰ ਨੂੰ ਰੱਸੀ ਨਾਲ ਖਿੱਚ ਕੇ ਬੰਨ੍ਹ ਦਿੱਤਾ ਜਾਵੇ, ਤਾਂ ਉਹ ਡੋਲ ਖੂਹੀ ਵਿੱਚੋਂ ਕਦੇ ਆਕਾਸ ਨੂੰ ਚੜ੍ਹ ਜਾਂਦਾ ਹੈ, ਉੱਪਰ ਨੂੰ ਚੜ੍ਹ ਜਾਂਦਾ ਹੈ, ਤੇ ਕਦੇ ਪਾਤਾਲ ਹੇਠਾਂ ਖੂਹੀ ਵਿੱਚ ਡਿੱਗ ਪੈਂਦਾ ਹੈ। ਇਸੇ ਪ੍ਰਕਾਰ ਇਹ ਜੀਵ ਰੂਪੀ ਡੋਲ ਕਰਮਾ ਰੂਪੀ, ਆਸਾ ਰੂਪੀ, ਵਾਸਨਾ ਰੂਪੀ ਰੱਸੀ ਨਾਲ ਕੱਸ ਕੇ ਬੱਝਿਆ ਪਿਆ ਹੈ। ਪੁੰਨਾ ਕਰਕੇ ਕਦੇ ਆਕਾਸ ਸਵਰਗ ਆਦਿਕ ਦੇ ਸੁੱਖਾਂ ਨੂੰ ਭੋਗਦਾ ਹੈ, ਤੇ ਕਦੇ ਪੁੰਨ ਨਾਸ ਹੋਣ ਤੇ ਪਾਤਾਲ ਹੇਠਾਂ ਟੇਢੀਆਂ ਜੂਨਾਂ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਗੁਰਮਤਿ ਨਾਮ ਨਾ ਵਿਸਰੈ, ਸਹਿਜੇ ਪਤ ਪਾਈਐ। ਮਹਾਰਾਜ ਜੀ ਕਹਿਣ ਲੱਗੇ, ਹੈ ਭਾਈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰੋ। ਗੁਰੂ ਦੀ ਸਿੱਖਿਆ ਇਹੋ ਹੀ ਹੈ ਕਿ ਕਦੇ ਵੀ ਪਰਮੇਸ਼ਰ ਦਾ ਨਾਮ ਨਾ ਵਿਸਰੈ, ਨਾਮ ਨਾ ਭੁੱਲੇ। ਗੁਰਮਤਿ ਨਾਮ ਨਾ ਵਿਸਰੈ, ਕਿ ਗੁਰਮਤੀਆਂ ਨੂੰ ਕਦਾਚਿਤ ਵੀ ਪਰਮਾਤਮਾ ਦਾ ਨਾਮ ਭੁੱਲਦਾ ਨਹੀਂ। ਉਹ ਸੁਤੇ ਸਿੱਧ ਹੀ ਪਤ ਪਾਈਐ, ਇੱਜ਼ਤ ਪਾ ਲੈਂਦੇ ਹਨ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਅਗਵਾਈਐ। ਜਿਨ੍ਹਾਂ ਦੇ ਅੰਦਰ ਹਿਰਦੇ ਵਿੱਚ ਗੁਰਾਂ ਦੇ ਉਪਦੇਸ਼ ਭਾਵ ਨਾਮ ਦਾ ਖਜ਼ਾਨਾ ਹੈ, ਉਹ ਗੁਰਾਂ ਦੇ ਸ਼ਬਦ ਨਾਲ ਮਿਲ ਕਰਕੇ ਆਪ ਗਵਾਈਐ, ਭਾਵ ਆਪਾ ਭਾਵ ਗਵਾ ਦਿੰਦੇ ਹਨ। ਸ਼ਬਦ ਦੀ ਕਮਾਈ ਕਰਕੇ ਆਪਾ ਭਾਵ ਗਵਾ ਕੇ ਵਾਹਿਗੁਰੂ ਨਾਲ ਮਿਲ ਜਾਂਦੇ ਹਨ। ਨਾਦਰ ਕਰੇ ਪ੍ਰਭ ਆਪਣੀ, ਗੁਰ ਅੰਕ ਸਮਾਵੈ। ਜਦੋਂ ਪ੍ਰਭੂ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ, ਤਾਂ ਅੰਕ ਹੁੰਦਾ ਹਿਰਦਾ, ਤਾਂ ਹਿਰਦੇ ਵਿੱਚ ਸੋਭ ਗੁਣ ਸਮਾਉਂਦੇ ਹਨ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਗਵਾਈਐ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਕਿ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਦੇ ਉਪਦੇਸ਼ ਭਾਵ ਨਾਮ ਦਾ ਖਜ਼ਾਨਾ ਹੈ, ਉਹ ਗੁਰਾਂ ਦੇ ਸ਼ਬਦ ਨਾਲ ਮਿਲ ਕਰਕੇ ਆਪਾ ਭਾਵ ਗਵਾ ਦਿੰਦੇ ਹਨ। ਨਾਦਰ ਕਰੇ ਪ੍ਰਭ ਆਪਣੇ, ਗੁਣ ਅੰਕ ਸਮਾਵੈ।
ਜਦੋਂ ਪ੍ਰਭੂ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਹਿਰਦੇ ਵਿੱਚ ਸ਼ੁਭ ਗੁਣ ਸਮਾ ਜਾਂਦੇ ਹਨ। ਨਾਨਕ ਮੇਲ ਨਾ ਚੂਕਈ, ਲਾਹਾ ਸੱਚ ਪਾਵੈ। ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਸੱਚੇ ਨਾਮ ਦਾ ਲਾਹਾ, ਸੱਚੇ ਨਾਮ ਦਾ ਲਾਭ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ, ਇੱਕ ਮਿੱਕ ਹੋ ਜਾਂਦੇ ਹਨ, ਉਸ ਪਰਮੇਸ਼ਰ ਵਿੱਚ ਜੁੜ ਜਾਂਦੇ ਹਨ। ਉਹਨਾਂ ਦਾ ਇਹ ਮੇਲ ਮਿਲਾਪ ਚੁੱਕਿਆ ਨਹੀਂ ਜਾਂਦਾ, ਭਾਵ ਇੱਕੋ ਹੀ ਰੂਪ ਹੋ ਜਾਂਦੇ ਹਨ। ਜਿਨ੍ਹਾਂ ਤੇ ਪਰਮੇਸ਼ਰ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ ਤਾਂ ਹਿਰਦੇ ਵਿੱਚ ਸ਼ੁਭ ਗੁਣ ਸਮਾ ਦਿੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਗੁਰਮੁਖ ਸੱਚੇ ਨਾਮ ਦਾ ਲਾਹਾ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ, ਇੱਕ ਮਿੱਕ ਹੋ ਜਾਂਦੇ ਹਨ। ਉਹਨਾਂ ਦਾ ਇਹ ਮੇਲ ਮਿਲਾਪ ਚੁੱਕਿਆ ਨਹੀਂ ਜਾਂਦਾ, ਭਾਵ ਇੱਕੋ ਹੀ ਰੂਪ ਹੋ ਜਾਂਦੇ ਹਨ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਿੱਧਾਂ ਦੇ ਨਾਲ ਵਿਚਾਰ ਹੋਈ। ਵਿਚਾਰ ਹੈ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਪਦੇਸ਼ ਸਭ ਨੂੰ ਸਾਂਝਾ ਹੈ। ਉਪਦੇਸ਼ ਭਾਵੇਂ ਸਿੱਧਾਂ ਨੂੰ ਦੇਣਾ ਕੀਤਾ ਹੈ, ਪਰ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਣੀ ਰਚਨਾ ਕੀਤੀ ਹੈ। ਜਿਹੜਾ ਬਾਣੀ ਪੜ੍ਹ ਕੇ